ਕੌੜੀਆਂ ਚੀਜ਼ਾਂ ਵਾ, ਨਾਲ ਇਹਦੇ ਤੇਲ ਪਾ ਦਈਦਾ ਵਾ। ਇਹ ਜ਼ਰਾ ਖੋਲੋ ਖਾਂ ਰਹਿੰਦੇ ਵਿੱਚ ਕੀ ਕੱਢੋ ਖਾਂ ਵਿਖਾਓ ਜੀ। ਅੱਛਾ ਜੀ, ਇਹ ਸਰ ਬੜਾ ਜ਼ਬਰਦਸਤ। ਜਿੰਨੀ ਦੇਰ ਤੱਕ ਤੁਸੀਂ ਵੰਡਾ ਆਪਣਾ ਨਹੀਂ ਪਾਉਣਾ ਤੁਸੀਂ ਕਾਮਯਾਬ ਹੀ ਨਹੀਂ। ਅੱਛਾ, ਇਹਦਾ ਮਤਲਬ ਸਾਰੀ ਗੇਮ ਹੀ ਵੰਡੇ ਵਿੱਚ। ਵੰਡੇ ਦੀ ਜੀ, ਵੰਡੇ ਦੀ ਤਾਂ ਦੁੱਧ ਦੀ। ਅੱਛਾ, ਦੁੱਧ ਆਪਣਾ ਪੁਆਇੰਟ ਹੋਵੇ, ਵੰਡਾ ਤੁਸੀਂ ਆਪਣਾ ਬਣਾਓ। ਅੱਛਾ ਮਮਣੀ ਜੀ 20% ਪਾਈ ਦੀ ਅਸੀਂ, ਮਕਈ 15%, ਰਾਈਸਪਾਲ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम फ्रेंड्स, ਤੁਸੀਂ ਵੇਖ ਰਹੇ ਹੋ TS ਨੌਲੇਜ TV YouTube ਚੈਨਲ। ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ। ਫਰੈਂਡ, ਇਸ ਵਕਤ ਮੈਂ ਮੌਜੂਦ ਹਾਂ ਜੀ ਫੈਸਲਾਬਾਦ ਮੰਗੋਲ ਡੇਅਰੀ ਫਾਰਮ ਤੇ। ਮੰਗੋਲ ਡੇਅਰੀ ਫਾਰਮ ਮਾਸ਼ਾਅੱਲਾ ਫੈਸਲਾਬਾਦ ਦਾ ਇੱਕ ਬਹੁਤ ਵੱਡਾ ਔਰ ਬੜਾ ਕਾਮਯਾਬ ਫਾਰਮ ਹੈ। ਸਾਡੇ ਨਾਲ ਮੌਜੂਦ ਹੈ ਜੀ ਮੰਗੋਲ ਡੇਅਰੀ ਫਾਰਮ ਦੇ ਓਨਰ ਭਾਈ ਨਵਾਜ਼ ਸਾਹਿਬ। ਭਾਈ ਨਵਾਜ਼ ਸਾਹਿਬ ਮਾਸ਼ਾਅੱਲਾ ਬੜੀ ਅੱਛੀ ਫਾਰਮਿੰਗ ਕਰ ਰਹੇ ਨੇ। ਇਹਨਾਂ ਦੇ ਕੋਲ ਕੋਈ 250-300 ਜਾਨਵਰ ਹੈ, ਮਿਕਸ ਗਾਵਾਂ ਔਰ ਮੱਝਾਂ ਦੀ ਫਾਰਮਿੰਗ ਹੋ ਰਹੀ ਹੈ। ਇਹ ਐਸਾ ਫਾਰਮ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਹੈ, ਉਸ ਦੇ ਬਾਵਜੂਦ ਵੀ ਇਹ ਛੋਟੇ ਬੱਚੇ ਜਿਹੜੇ ਨੇ ਕੱਟੀਆਂ ਤੇ ਕੱਟੀਆਂ ਰਹਿ ਗਈਆਂ, ਨਾਲ ਕੱਟੇ ਵੀ ਪਾਲ ਰਹੇ ਨੇ ਔਰ ਬੱਚੇ ਵੀ ਪਾਲ ਰਹੇ ਨੇ। ਮਾਸ਼ਾਅੱਲਾ ਬਹੁਤ ਅੱਛਾ ਕਾਮਯਾਬ ਫਾਰਮ ਹੈ। ਅੱਜ ਅਸੀਂ ਨਵਾਜ਼ ਸਾਹਿਬ ਨਾਲ ਤੁਹਾਨੂੰ ਮਿਲਾਉਂਦੇ ਹਾਂ। ਇਹਨਾਂ ਦਾ ਜਿਹੜਾ ਵੀ ਤਜਰਬਾ ਹੈ, ਜਿਹੜੀ ਇਹਨਾਂ ਦੇ ਕੋਲ ਮਾਲੂਮਾਤ ਹੈ, ਅਮਲੀ ਗੱਲਾਂ ਨੇ, ਉਹ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇਸ ਦੇ ਨਾਲ ਅਸੀਂ ਫੀਡਿੰਗ ਦੇ ਉੱਤੇ ਵੀ ਗੱਲ ਕਰਾਂਗੇ। ਫੀਡਿੰਗ ਦੇ ਵਿੱਚ ਇਹ ਆਪਣਾ ਵੰਡਾ ਖੁਦ ਤਿਆਰ ਕਰ ਰਹੇ ਨੇ ਔਰ ਕਾਫੀ ਅੱਛੇ ਜਾਨਵਰਾਂ ਦੀ ਸਿਹਤ ਬੜੀ ਜ਼ਬਰਦਸਤ ਹੈ ਔਰ ਵੰਡਾ ਜਿਹੜਾ ਉਹ ਵੀ ਬੜਾ ਰੇਟ ਐਫੀਸ਼ੀਐਂਟ ਬਣਾਉਂਦੇ ਨੇ। ਚੀਜ਼ਾਂ ਜਿਹੜੀਆਂ ਸਸਤੀਆਂ ਉਹ ਮਿਲਾ ਕੇ ਔਰ ਬੜਾ ਅੱਛਾ ਰਿਜ਼ਲਟ ਲੈਂਦੇ ਨੇ। ਔਰ ਇਹ ਕਹਿ ਲਓ ਕਿ ਮੱਝਾਂ ਗਾਵਾਂ ਦੇ ਛੋਟੇ ਮੋਟੇ, ਬਲਕਿ ਛੋਟੇ ਮੋਟੇ ਨਹੀਂ, ਬੜੇ ਅੱਛੇ ਸਿਆਣੇ ਹਕੀਮ ਵੀ ਹਨ ਜੀ। अस्सलाम वालेकुम सर। वालेकुम सलाम जी। सर की हाल है? अल्हम्दुलिल्लाह जी ठीक। सर अपना तारुफ करवा दो। मोहम्मद नवाज अंजम जी नाम मेरा। जी जी, मंगोल डेयरी फार्म इत्थे बैंस कॉलोनी चकेरा फैसलाबाद। ਜ਼ਬਰਦਸਤ ਹੋ ਗਿਆ। हाँ जी। ਸਰ ਕਿੰਨਾ ਅਰਸਾ ਹੋ ਗਿਆ? ਬੈਕਗ੍ਰਾਉਂਡ ਕੀ ਹੈ? ਤੁਸੀਂ ਕਿਸ ਤਰ੍ਹਾਂ ਇਸ ਬਿਜ਼ਨਸ ਦੇ ਵਿੱਚ ਆਏ? ਤਕਰੀਬਨ 2000 ਤੋਂ ਮੈਂ ਸ਼ੁਰੂ ਕੀਤਾ ਜੀ। ਪਹਿਲੇ ਦਾਦਾ ਜੀ ਕਰਦੇ ਸੀ ਅੱਛਾ ਅੱਛਾ ਤੇ ਸਾਡਾ ਇਹ ਬਾਈ ਕੰਮ ਆ। ਅੱਛਾ ਮਾਸ਼ਾਅੱਲਾ। ਹਾਂਜੀ, ਉਹਨਾਂ ਤੋਂ ਫਿਰ ਮੈਂ ਸ਼ੁਰੂ ਕੀਤਾ। ਅੱਛਾ, ਨਹੀਂ 2000 ਨੂੰ ਤੁਹਾਨੂੰ ਸਾਰਾ ਕਮਰਸ਼ੀਅਲ ਸੈਟਅਪ ਹੀ ਮਿਲਿਆ ਕਿ ਨਹੀਂ, ਸਾਨੂੰ ਸ਼ਹਿਰ 'ਚ ਮੱਝਾਂ ਥੋੜੀਆਂ ਰੱਖਦੇ ਸੀ ਲੋਕ। ਅੱਛਾ ਅੱਛਾ ਉਹਨਾਂ ਨੇ 22 25 30 ਮੱਝਾਂ ਸੀ, 5-7 ਗਾਈਆਂ ਸੀ ਅੱਛਾ ਤੇ ਇੱਥੇ ਆਣ ਕੇ ਫਿਰ ਜਗ੍ਹਾ ਸਾਨੂੰ ਖੁੱਲੀ ਮਿਲ ਗਈ ਅੱਛਾ ਅੱਛਾ ਤੇ ਫਿਰ ਅਸੀਂ ਇਹਨੂੰ ਵਧਾਇਆ ਕੰਮ ਨੂੰ ਅੱਗੇ। ਜੀ ਜੀ ਮਾਸ਼ਾਅੱਲਾ। ਹਾਂਜੀ, ਸਰ ਇਹ ਮੰਗੋਲ ਡੇਅਰੀ ਫਾਰਮ ਜਿਹੜਾ ਹੈ ਇਹ ਤਕਰੀਬਨ ਕਿਤਨੇ ਏਰੀਏ ਦੇ ਵਿੱਚ ਹੈ? ਇਹ ਤਕਰੀਬਨ 1 ਕਿੱਲਾ ਜਗ੍ਹਾ ਬਣਦੀ ਹੈ ਜੀ। ਅੱਛਾ, 1 ਕਿੱਲਾ। ਹਾਂਜੀ, ਟੋਟਲ ਜਾਨਵਰ ਕਿਤਨੇ ਨੇ? ਛੋਟੇ ਵੱਡੇ 250 ਹੈ ਜੀ। ਅੱਛਾ, 250 ਮਾਸ਼ਾਅੱਲਾ। ਸਰ ਇਸ ਦੇ ਵਿੱਚ ਤੁਸੀਂ ਇਹ ਮੰਗੋਲ ਡੇਅਰੀ ਫਾਰਮ ਕੋਲ 1.5 ਕਿੱਲਾ ਜਗ੍ਹਾ ਦੱਸਿਆ ਜੀ? ਕਿੱਲਾ ਕੀ ਜਗ੍ਹਾ ਜੀ। ਕਿੱਲਾ ਜੀ। ਹਾਂਜੀ, ਅੱਛਾ, ਕਿੱਲੇ ਦੇ ਵਿੱਚ ਇਹ ਬਿਲਡਿੰਗ ਹੈ, ਫਾਰਮ ਹੈ, ਜ਼ਬਰਦਸਤ। ਤੇ ਇਹ ਕੋਈ ਤੁਹਾਡੇ ਕੋਲ ਚਾਰੇ ਵਾਸਤੇ ਜਗ੍ਹਾ ਜਾਂ ਕੋਈ ਠੇਕੇ ਠੁਕੇ ਜ਼ਮੀਨ ਜ਼ਰੀ? ਨਹੀਂ ਅਸੀਂ ਸਬਜ਼ ਚਾਰਾ ਪਾਉਣੇ ਹੀ ਬਹੁਤ ਘੱਟ ਆ ਜੀ। ਅੱਛਾ। ਸਾਨੂੰ ਇਹਦੀ ਜ਼ਰੂਰਤ ਹੀ ਨਹੀਂ। ਹਾਂਜੀ, ਬਹੁਤ ਘੱਟ ਪਾਉਣੇ ਆ। ਜ਼ਬਰਦਸਤ ਹੋ ਗਿਆ। ਸਰ ਆਓ ਜ਼ਰਾ ਅਸੀਂ ਸ਼ੁਰੂ ਕਰਦੇ ਹਾਂ ਜੀ ਵੰਡੇ ਤੋਂ। ਆਪਣੇ ਜਾਨਵਰ ਸਾਨੂੰ ਵਿਖਾਓ ਹਾਂਜੀ, ਔਰ ਸਾਰੀ ਆਪਣੀ ਜਿਹੜੀ ਹੈ ਉਹ ਵਿਖਾਓ। ਆਓ ਜੀ। ਅੱਛਾ ਨਵਾਜ਼ ਸਾਹਿਬ, ਕੀ ਰੇਟ ਹੈ ਤੁਹਾਡੇ ਕੋਲ ਇੱਥੇ ਦੁੱਧ ਦਾ? ਦੁੱਧ ਦਾ 200 ਰੁਪਏ ਜੀ। 200 ਰੁਪਇਆ ਮਿਕਸ? ਹਾਂਜੀ, 60% ਗਾਂ ਦਾ ਸਾਡੇ ਕੋਲ ਜੀ, 40% ਮੱਝ ਦਾ। ਜ਼ਬਰਦਸਤ ਹੋ ਗਿਆ। ਅਸੀਂ ਸਰ ਸ਼ੁਰੂਆਤ ਹੀ ਕਰਨੇ ਆ ਫੀਡ ਤੋਂ, ਉਸ ਤੋਂ ਬਾਅਦ ਤੁਹਾਨੂੰ ਜਾਨਵਰ ਵਿਖਾਣੇ ਆ ਔਰ ਮੈਨੇਜਮੈਂਟ ਦੇ ਬਾਰੇ ਪੁੱਛਣੇ ਆ ਜੀ। ਸਰ ਇਹ ਸੈਟਅਪ ਜਿਹੜਾ, ਹਾਂਜੀ, ਇਹ ਤੂੜੀ ਆ ਜੀ। ਅੱਛਾ ਇਹ ਇਹਨਾਂ ਦਾ ਵੰਡਾ। ਅੱਛਾ, ਇਹ ਵੰਡਾ। ਹਾਂਜੀ, ਅੱਛਾ, ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਜ਼ਰਾ ਦੋਸਤਾਂ ਨੂੰ ਦੱਸ ਦੇਵਾਂ ਕਿ ਵੰਡਾ ਕੋਈ ਕਮਰਸ਼ੀਅਲ ਵੰਡਾ ਸੇਲ ਪਰਚੇਜ਼ ਦਾ ਕੰਮ ਨਹੀਂ ਕਰਦੇ। ਇਹਨਾਂ ਦਾ ਵੰਡਾ ਸਾਰਾ ਜਿਹੜਾ ਹੈ ਆਪਣੇ ਜਾਨਵਰਾਂ ਵਾਸਤੇ। ਇਹ ਖੁਦ ਵੰਡਾ ਤਿਆਰ ਕਰਦੇ ਨੇ ਔਰ ਖੁਦ ਹੀ ਚੀਜ਼ਾਂ ਜਿਹੜੀਆਂ ਪਾਉਂਦੇ ਨੇ। ਇਹਨਾਂ ਦੇ ਬਾਰੇ ਕਹਿ ਲਓ ਕਿ ਇਹਨਾਂ ਦੀ ਆਪਣੀ ਰਿਸਰਚ ਹੁੰਦੀ ਹੈ, ਆਪਣਾ ਫਾਰਮੂਲਾ ਹੁੰਦਾ, ਬੜਾ ਅੱਛਾ ਰਿਜ਼ਲਟ ਲੈਂਦੇ ਨੇ। ਸਰ ਤੂੜੀ ਜਿਹੜੀ ਹੈ ਇਹ ਤੁਹਾਡੇ ਕੋਲ ਤਕਰੀਬਨ ਕਿੰਨਾ ਸਟਾਕ ਹੁੰਦਾ ਹੈ? ਸਾਡੇ ਕੋਲ ਤਕਰੀਬਨ 6 ਮਹੀਨੇ ਦੀ ਹੁੰਦੀ ਹੈ ਜੀ। ਅੱਛਾ, 6 ਮਹੀਨੇ ਦੀ ਤੂੜੀ ਤੁਸੀਂ ਐਡਵਾਂਸ ਵਿੱਚ ਸਟਾਕ ਰੱਖਦੇ ਹੋ? ਹਾਂਜੀ ਹਾਂਜੀ। ਔਰ ਵੰਡਾ ਤਕਰੀਬਨ 3 ਮਹੀਨੇ ਦਾ। 3 ਮਹੀਨੇ ਦਾ ਹੋ ਗਿਆ। ਵੰਡਾ ਸਰ ਤੁਹਾਨੂੰ ਕਿੰਨਾ, ਵੰਡੇ ਦੀ ਕੀ ਕਾਸਟ ਪੈ ਰਹੀ? ਸਾਨੂੰ ਇਸ ਵੇਲੇ ਵੰਡਾ ਤਕਰੀਬਨ ਪੈ ਰਿਹਾ ਜੀ ਕੋਈ 27-2800 ਰੁਪਏ ਦਾ। ਅੱਛਾ, 27-2800 ਰੁਪਇਆ ਹਾਂ ਮਨ ਪੈ ਰਿਹਾ। ਹਾਂ, ਅੱਛਾ ਵੰਡਾ ਬਿਹਤਰੀਨ ਪੈ ਰਿਹਾ ਵਧੀਆ। ਅੱਛਾ, ਵੰਡਾ ਤੁਸੀਂ ਕਿੰਨਾ ਪਾਉਂਦੇ ਜੇ ਜਾਨਵਰਾਂ? ਅਸੀਂ ਤਕਰੀਬਨ 10 ਕਿਲੋ ਪਾ ਦਿੰਨੇ ਆ ਜੀ। ਅੱਛਾ, 10 ਕਿਲੋ ਹਾਂ, 2 ਟਾਈਮ? 5 ਕਿਲੋ ਇੱਕ ਟਾਈਮ? 5 ਕਿਲੋ ਇੱਕ ਹਾਂਜੀ। ਟਾਈਮ। ਅੱਛਾ, ਤੁਸੀਂ ਸਭ ਚਾਰਾ ਪਾਉਂਦੇ ਨਹੀਂ, ਤੂੜੀ ਦੇ ਜਾਨਵਰ ਨੇ? ਸਭ ਚਾਰਾ ਬਰਾਏ ਨਾਮ ਜੀ। ਗਾਈਆਂ ਨੂੰ ਪਾਉਨੇ ਆ ਅੱਛਾ ਕਿਉਂਕਿ ਮੱਝ ਨੂੰ ਇਹਦੀ ਜ਼ਰੂਰਤ ਕੋਈ ਨਹੀਂ। ਮੱਝ ਇਸ ਤੋਂ ਬਗੈਰ ਸਹੀ ਰਹਿੰਦੀ ਆ। ਅੱਛਾ ਗਾਈਆਂ ਨੂੰ ਥੋੜਾ ਜਿਹਾ ਮਸਲਾ ਬਣਦਾ ਕਿ ਫਿਰ ਉਹ ਵਿਟਾਮਿਨ ਏ ਦੀ ਕਮੀ ਉਹਨਾਂ ਨੂੰ ਹੋ ਜਾਂਦੀ ਹੈ। ਅੱਛਾ ਗਾਈਆਂ ਨੂੰ ਥੋੜਾ ਜਿਹਾ ਪਾਉਣਾ ਪੈਂਦਾ। ਅੱਛਾ ਸਰ, ਤੁਹਾਨੂੰ ਕੀ ਕਾਸਟ ਆ ਰਹੀ ਹੈ ਇੱਕ ਜਾਨਵਰ ਦੀ ਡੇਲੀ ਦਾ ਤੁਹਾਡਾ ਖਰਚਾ? ਦੇਖੋ 10 ਕਿਲੋ ਵੰਡਾ ਪਾਉਨੇ ਆ ਜੀ ਜੀ। 6-7 ਕਿਲੋ 8 ਕਿਲੋ ਇੰਨੀ ਕੁ ਤੂੜੀ ਵੀ ਜਾਨਵਰ ਖਾ ਜਾਂਦਾ। ਗੁੱਡ ਹੋ ਗਿਆ। ਤੇ ਉਹਦੇ 'ਚ ਦੇਖ ਲਓ ਤੁਸੀਂ ਵੀ ਇਹ 650 ਦਾ ਵੰਡਾ ਬਣ ਗਿਆ ਜੀ। ਕੋਈ ਤੂੜੀ ਕਿੰਨੇ ਕੁ ਦੀ ਬਣ ਗਈ ਵੀ? 100-125 ਦੀ ਤੂੜੀ ਬਣ ਜਾਂਦੀ ਹੈ। ਮਤਲਬ ਤੁਹਾਡਾ 750-800 ਰੁਪਏ ਇੱਕ ਜਾਨਵਰ ਦਾ ਖਰਚਾ? ਹਾਂ, ਬਾਕੀ ਲੇਬਰ ਦਾ ਖਰਚਾ, ਦਵਾਈਆਂ ਵੀ ਸਾਡੇ ਘੱਟ ਹੀ ਇਸਤੇਮਾਲ ਹੁੰਦੀਆਂ। ਜੀ ਜੀ। ਸਾੜੂ ਘੱਟ ਪੈਂਦਾ ਕਿਉਂਕਿ ਅਸੀਂ ਵੰਡਾ ਜਿਹੜਾ ਬਿਹਤਰ ਲੈਂਦੇ ਆ। ਅੱਛਾ, ਸਾਫ਼ ਚੀਜ਼ਾਂ ਲੈਂਦੇ ਆ, ਖਰਾਬ ਨਹੀਂ ਲੈਂਦੇ। ਹੂੰ। ਤੁਹਾਨੂੰ ਫਾਇਦਾ ਹੀ ਹੋਣਾ ਜੇ ਤੁਹਾਡਾ ਵੰਡਾ ਆਪਣਾ ਹੋਵੇ ਤੇ ਦੁੱਧ ਦਾ ਸੇਲ ਪੁਆਇੰਟ ਵੀ ਆਪਣਾ ਹੋਵੇ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ।
ਤੇ ਕੀ ਐਵਰੇਜ ਚੱਲ ਰਹੀ ਹੈ ਤੁਹਾਡੇ ਕੋਲ ਮੱਝਾਂ ਦੇ ਦੁੱਧ ਦੀ? ਸਾਡੀਆਂ ਮੱਝਾਂ ਜਿਹੜੀਆਂ ਨਾ ਜੀ ਸਾਰੀਆਂ ਐਵਰੇਜ ਤੋਂ ਮਰਾ ਸਾਰੀਆਂ ਹੀ ਹਨ ਵੀ ਜਿਹੜੀ ਸਾਰੀਆਂ ਚੋਣੀਆਂ ਜੀ ਜੀ ਜੇ ਤੇ ਤਕਰੀਬਨ 8 ਕਿਲੋ ਹੋਵੇ ਜੀ ਜੀ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਪੈਸੇ ਬਚਦੇ ਆ। ਜੀ ਜੀ ਉਹ ਚ ਕੋਈ 12 ਕਿਲੋ ਦਿੰਦੀ ਆ, ਕੋਈ 15 ਕਿਲੋ ਦਿੰਦੀ, ਕੋਈ 14, ਕੋਈ 2 ਕਿਲੋ ਵਾਲੀ ਵੀ ਆ। ਅੱਛਾ ਅੱਛਾ ਸਾਰੀਆਂ ਜਦੋਂ ਚੋਵਾਂਗੇ ਜੀ ਜੀ ਤੇ ਫਿਰ ਇੱਥੇ ਕਿ ਜਦੋਂ ਆ ਜਾਵੇ ਤਾਂ ਸਾਨੂੰ ਪਤਾ ਕਿ ਹੁਣ 8 ਕਿਲੋ ਬਿਹਤਰ ਆ, ਜੀ 8-9 ਕਿਲੋ, 9.5 ਕਿਲੋ, 9 ਕਿਲੋ ਇੱਥੇ ਤੱਕ ਐਵਰੇਜ ਇਹਦੀ ਐਵਰੇਜ ਹੁੰਦੀ ਆ। ਮਤਲਬ ਇਹ ਕਿ ਅਗਰ 8 ਕਿਲੋ ਤੋਂ ਤੁਹਾਡੀ ਫਾਰਮ ਦੀ ਐਵਰੇਜ 8 ਕਿਲੋ ਤੇ ਫਿਰ ਤੁਸੀਂ ਪ੍ਰੋਫਿਟ ਜਾ ਰਹੇ ਹੋ। ਹਾਂ, ਅਗਰ ਘਟਦੀ ਆ ਤੇ ਫਿਰ ਉਹ ਅਸੀਂ ਪੈਸੇ ਘਟਦੇ ਆ, ਫਿਰ ਪੈਸੇ ਬਚਦੇ ਨਹੀਂ। ਜੀ ਯਾਨੀ ਇੱਥੇ ਹੋਵੇ ਨਾ ਜੀ 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 ਤੇ ਫਿਰ ਫਾਰਮ ਚੋਂ ਪੈਸੇ ਬਚਦੇ ਆ। ਗੱਲ ਕਰਦੀ ਆਓ ਜੀ ਮੰਡਾ ਚੈੱਕ ਕਰੋ। ਆ ਜਾਓ। ਅੱਛਾ, ਇਹ ਸਰ ਵੰਡੇ ਦਾ ਯੂਨਿਟ ਤੁਸੀਂ ਆਪਣਾ ਲਵਾਇਆ? ਹਾਂਜੀ, ਇਹ ਦੇਖੋ ਠੀਕ ਹੋ ਗਿਆ। ਔਰ ਇਹ ਤੁਹਾਡਾ ਵੰਡਾ ਕਿੰਨੇ ਦਿਨਾਂ ਦਾ ਤਿਆਰ ਹੈ? ਇਹ ਇੱਕ ਦਿਨ ਦਾ ਵੰਡਾ ਜੀ। ਅੱਛਾ, ਇਹ ਵੰਡਾ ਤਿਆਰ ਹੈ ਜਾਂ ਅਜੇ ਤੱਕ ਇਸ ਨਹੀਂ, ਇਹਨੂੰ ਪੀਸਣਾ ਜੀ ਹਾਲੇ। ਅੱਛਾ, ਅਜੇ ਹਾਂ, ਪੀਸਿਆ ਇਹ ਜਾਏਗਾ। ਵੈਸੇ ਦੜਾ ਲਾਇਆ ਵਾ, ਅੱਛਾ ਇਹ ਹੁਣ ਚੱਕੀ 'ਚ ਨਗਾਵਾਂਗੇ ਇਹਨੂੰ ਸਵੇਰ ਨੂੰ। ਅੱਛਾ ਇਹ ਰੋਜ਼ ਦੇ ਰੋਜ਼ ਹੀ ਪੀਸੀ ਦਾ। ਜ਼ਬਰਦਸਤ ਹੋ ਗਿਆ। ਤੇ ਜਿੰਨੀ ਦੇਰ ਤੱਕ ਤੁਸੀਂ ਵੰਡਾ ਆਪਣਾ ਨਹੀਂ ਪਾਉਣਾ ਤੁਸੀਂ ਕਾਮਯਾਬ ਹੀ ਨਹੀਂ। ਅੱਛਾ, ਇਹਦਾ ਮਤਲਬ ਸਾਰੀ ਗੇਮ ਹੀ ਵੰਡੇ ਵਿੱਚ ਹੈ। ਵੰਡੇ ਦੀ ਜੀ, ਵੰਡੇ ਦੀ ਤਾਂ ਦੁੱਧ ਦੀ। ਅੱਛਾ ਦੁੱਧ ਦਾ ਆਪਣਾ ਪੁਆਇੰਟ ਹੋਵੇ, ਵੰਡਾ ਤੁਸੀਂ ਆਪਣਾ ਬਣਾਓ। ਅੱਛਾ ਬਾਸ਼ੋ ਅੱਛਾ, ਦੁੱਧ ਵੀ ਤੁਹਾਡਾ ਆਪਣਾ ਪੁਆਇੰਟ ਹੈ? ਦੁੱਧ ਵੀ ਆਪਣਾ ਪੁਆਇੰਟ। ਜ਼ਬਰਦਸਤ, ਮਾਸ਼ਾਅੱਲਾ। ਦੇਖੋ ਜੀ 20 ਰੁਪਏ ਕਿਲੋ ਦੇ ਦੁੱਧ ਇਥੋਂ ਲੋਕ ਲੈਂਦੇ ਆ ਸਸਤਾ, ਅੱਛਾ ਫਿਰ ਹੀ ਅੱਗੇ ਜਾ ਕੇ ਉਹਨੇ ਵੇਚਣਾ ਜੀ। ਜੀ ਅਸੀਂ ਉਹ ਵੀ ਸਾਨੂੰ ਬਚ ਗਏ ਅੱਛਾ, ਕਿਉਂਕਿ 20-30 ਰੁਪਏ ਕਿਲੋ ਦੇ ਵੰਡੇ ਦੇ ਬਚ ਗਏ। ਜ਼ਬਰਦਸਤ ਹੋ ਗਿਆ। ਵੰਡਾ ਜੀ ਅਸੀਂ ਬਦਲਦੇ ਰਹਿੰਦੇ ਆ, ਅੱਛਾ ਸਾਰਾ ਸਾਲ ਇੱਕ ਨਹੀਂ ਪਾਉਂਦੇ। ਅੱਛਾ ਅਸੀਂ ਤਕਰੀਬਨ 10 ਆਈਟਮਾਂ ਦਾ ਤਕਰੀਬਨ 10 11 ਜਾਂ 8 ਤੋਂ 10 ਆਈਟਮਾਂ ਦਾ ਵੰਡਾ ਬਣਾਉਂਦੇ ਆ। ਜ਼ਬਰਦਸਤ। ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਚੀਜ਼ ਜੀ ਜੀ ਸਸਤੀ ਆ ਉਹ ਲੈ ਲੈਂਦੇ ਆ, ਜਿਹੜੀ ਮਹਿੰਗੀ ਉਹਨੂੰ ਵੰਡੇ ਚੋਂ ਕੱਢ ਦਿੰਦੇ ਆ। ਜ਼ਬਰਦਸਤ। ਸਾਰਾ ਸਾਲ ਅਸੀਂ ਇਹਨੂੰ ਬਦਲਦੇ ਰਹਿੰਦੇ ਆ। ਅੱਛਾ ਉਹਦੇ ਦੋ ਫਾਇਦੇ ਹੋ ਗਏ, ਇੱਕ ਤਾਂ ਸਾਨੂੰ ਕੀਮਤ ਦਾ ਫਾਇਦਾ ਹੋ ਗਿਆ ਜੀ ਕਿ ਜਾਨਵਰਾਂ ਦੀ ਉਹਦੀ ਵੰਡੇ ਦੀ ਕੀਮਤ ਘਟ ਗਈ, ਜੀ ਤੇ ਦੂਸਰਾ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਾਡੇ ਜਾਨਵਰ ਨੂੰ ਮਤਵਾਜ਼ਨ ਗ਼ਿਜ਼ਾ ਮਿਲ ਗਈ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਉਹਨੂੰ ਮਿਲ ਗਈ। ਜ਼ਬਰਦਸਤ ਹੋ ਗਿਆ ਜੀ। ਸਰ ਫਾਰਮੂਲਾ ਦੱਸੋ ਜੀ ਸ਼ੁਰੂ ਤੋਂ। ਮਮਣੀ ਜੀ 20% ਪਾਈ ਦੀ ਅਸੀਂ, ਅੱਛਾ ਮਕਈ 15%, ਰਾਈਸ ਪਾਲਿਸ਼ 10%, ਬਾਜਰਾ 10%, ਅੱਛਾ ਚੋਕਰ 5%, ਖਾਲ ਸਰਸੋਂ 5%, ਤਿਲ ਜਿਹੜੇ ਉਹ 5% ਪਾਈਦੇ, ਸ਼ਵਾਰੇ 5% ਪਾਈਦੇ ਆ, ਮਟਰ 5%, ਕਰਾ ਮੂੰਗ ਕਰਾ ਮਸਰਾਂ ਦਾ ਦੋਨੀ ਕਰੇ 5% ਪਾਈਦੇ ਆ, ਨਮਕ DCP 1% ਸ਼ੀਰਾ ਜਿਹੜਾ 8% ਪਾਈਦਾ। ਇਹ 100% ਮਤਵਾਜ਼ਨ ਗ਼ਜ਼ਾ ਸਾਡੀ ਬਣ ਜਾਂਦੀ ਹੈ ਜੀ। ਇਹ ਹਰ ਵਾਰੀ ਜਿੱਦਾਂ ਜਿੱਦਾਂ ਮੌਸਮ ਚੇਂਜ ਹੋਣਾ, ਚੇਂਜ ਹੋਈ ਜਾਣੀ। ਚੇਂਜ ਵੀ ਇਦਾਂ ਹੋਣੀ, ਜਿਹੜੀ ਚੀਜ਼ ਸਸਤੀ ਹੋਣੀ ਆ ਉਹ ਪੈਣੀ ਹੈ, ਜਿਹੜੀ ਚੀਜ਼ ਮਹਿੰਗੀ ਹੋਣੀ ਉਹ ਨਿਕਲੀ ਜਾਣੀ ਆ। ਗ਼ਜ਼ਾ ਵੀ ਮਤਵਾਜ਼ਨ ਰਵੇ, ਬਣੇ ਵੀ ਸਸਤਾ। ਜ਼ਬਰਦਸਤ ਹੋ ਗਿਆ। ਲੋ ਜੀ, ਦੋਸਤਾਂ ਨੂੰ ਇਹ ਦੱਸਦੇ ਜਾਈਏ ਜੀ, ਇਹ ਬੜਾ ਜ਼ਬਰਦਸਤ ਹੈ ਕਿ ਕੁਝ ਦੋਸਤ ਜਿਹੜੇ ਨੇ ਉਹ ਫਾਰਮੂਲਾ ਕੋਈ ਵੀ ਸੁਣਿਆ YouTube ਤੋਂ, ਉਹਨਾਂ ਨੇ ਉਹੀ ਫਾਰਮੂਲਾ ਪੂਰਾ ਸਾਲ ਪਾਉਂਦੇ ਰਹੇ। ਔਰ ਉਹਦੇ ਵਿੱਚ ਹੁੰਦਾ ਹੈ ਕਿ ਜਿਸ ਤਰ੍ਹਾਂ ਮਕਈ ਮਹਿੰਗੀ ਹੋ ਗਈ, ਕਦੀ ਗੰਦਮ ਸਸਤੀ ਹੋ ਗਈ, ਇਹ ਚੀਜ਼ਾਂ ਨੂੰ ਨਾ ਉਹ ਚੇਂਜ ਨਹੀਂ ਕਰਦੇ। ਜਾਨਵਰ ਨੂੰ ਸਾਰਾ ਸਾਲ ਨਾ ਜੀ ਉਹਨੂੰ ਇੱਕ ਫਾਰਮੂਲਾ ਜਿਹੜਾ ਨਾ ਉਹਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰਦਾ, ਜ਼ਬਰਦਸਤ ਹੋ ਗਿਆ ਕਿਉਂਕਿ ਜਾਨਵਰ ਨੇ ਉਹ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ, ਫਿਰ ਤੁਹਾਨੂੰ ਦੁੱਧ ਦੇਣਾ, ਬੱਚਾ ਦੇਣਾ, ਜੀ ਉਹਦੀਆਂ ਹੋਰ ਜ਼ਰੂਰਤਾਂ, ਗਰਮੀ ਸਰਦੀ ਤੋਂ ਵੀ ਉਹਨੇ ਆਪਣੇ ਆਪ ਨੂੰ ਮਹਿਫੂਜ਼ ਰੱਖਣਾ, ਜੀ ਤਾਂ ਉਹਨੂੰ ਮਤਵਾਜ਼ਨ ਗ਼ਜ਼ਾ ਚਾਹੀਦੀ ਹੈ। ਉਹ ਫਿਰ ਸਾਰਾ ਸਾਲ ਜਦੋਂ ਅਸੀਂ ਇਹਦੀ ਤਬਦੀਲੀ ਕਰਦੇ ਨਾ ਜੀ, ਜਾਨਵਰ ਨੂੰ ਮਤਵਾਜ਼ਨ ਗ਼ਜ਼ਾ ਮਿਲ ਗਈ, ਸਾਨੂੰ ਉਹਦਾ ਜਿਹੜਾ ਫਾਇਦਾ ਮਿਲ ਗਿਆ। ਆਓ ਜੀ ਅੱਗੇ ਆਓ ਜੀ। ਅੱਛਾ, ਇਸ ਤੋਂ ਬਾਅਦ ਜਨਾਬ ਇਹ ਜੋ ਜਾਨਵਰ ਆ ਜੀ ਤਾਜ਼ੇ ਸੂੰਦੇ ਆ ਨਾ ਜੀ, ਉਹਨਾਂ ਵਾਸਤੇ ਆ। ਉਹ ਅੱਗੇ ਬੱਚਾ ਬੰਨ ਦਈਦਾ, ਅੱਛਾ ਇੱਥੇ ਗਾਏ ਬੰਨ ਦਈਦੀ ਜਾਂ ਮੱਝ ਬੰਨ ਦਈਦੀ ਆ, ਉਹ ਫਿਰ ਆਪਣਾ ਚਾਰਾ ਆਰਾਮ ਨਾਲ ਖਾਂਦੀ ਆ ਜ਼ਬਰਦਸਤ ਹੋ ਗਿਆ। ਤੇ ਬੱਚੇ ਨੂੰ ਵੀ ਦੇਖਦੀ ਆ। ਜ਼ਬਰਦਸਤ ਹੋ ਗਿਆ। ਅੱਛਾ ਜੀ, ਪਹਿਲੇ ਅਸੀਂ ਆ ਗਏ ਹਾਂ ਜੀ ਸ਼ੈਡ ਨੰਬਰ 1 ਦੇ ਵਿੱਚ, ਮਾਸ਼ਾਅੱਲਾ। ਅੱਛਾ, ਇਸ ਸਾਈਡ ਤੇ ਮੱਝਾਂ ਨੇ? ਹਾਂਜੀ, ਇਹ ਮੱਝਾਂ ਥੋੜੀਆਂ ਇੱਧਰ ਰੱਖੀਆਂ ਜੀ, ਇਹਨਾਂ ਦਾ ਜਿਹੜਾ ਥੋੜਾ ਟ੍ਰਾਇਲ ਕਰੀਦਾ, ਅੱਛਾ ਤਜਰਬਾ ਥੋੜਾ ਜਿਹਾ ਕਰੀਦਾ ਇਹਨਾਂ ਤੇ। ਅੱਛਾ, ਤਜਰਬਾਤ ਇਹਨਾਂ ਤੇ ਕਰਦੇ ਹੋ। ਅੱਛਾ, ਇਹ ਸਰ ਗਾਵਾਂ। ਅੱਛਾ, ਇਹ ਗਾਵਾਂ ਖਾਣ ਤੋਂ ਪਹਿਲੇ ਮੈਨੂੰ ਇਹ ਕੁਝ ਨਜ਼ਰ ਆ ਰਿਹਾ ਹੈ, ਇਹ ਕੀ ਹੈ ਜੀ? ਇਹ ਆ ਇਹਨਾਂ ਦਾ ਜਾਨਵਰਾਂ ਦਾ ਹੀ ਆ ਜੀ, ਜਿਸ ਤਰ੍ਹਾਂ ਤੇਲ ਤੇ ਆਪਣੇ ਅੱਛਾ ਇਹ ਕੌੜੀਆਂ ਚੀਜ਼ਾਂ ਵਾ, ਨਾਲ ਇਹਦੇ ਤੇਲ ਪਾ ਦਈਦਾ ਵਾ। ਇਹ ਜ਼ਰਾ ਖੋਲੋ ਖਾਂ ਰਹਿੰਦੇ ਵਿੱਚ ਕੀ ਕੱਢੋ ਖਾਂ ਵਿਖਾਓ। ਅੱਛਾ ਜੀ, ਇਹ ਸਰ ਬੜਾ ਜ਼ਬਰਦਸਤ। ਅੱਛਾ, ਇਹ ਦੱਸੋ ਇਹ ਕੀ ਫਾਰਮੂਲਾ ਹੈ, ਇਹ ਕਿਸ ਵਾਸਤੇ, ਇਹਦਾ ਫਾਇਦਾ ਕੀ ਹੈ? ਇਹ ਮੁਸੱਫਾ ਖੂਨ ਚੀਜ਼ਾਂ ਹੁੰਦੀਆਂ ਜੀ ਬਾਦੀ ਵਾਸਤੇ, ਜਿਹਨੂੰ ਅਸੀਂ ਕਹਿੰਦੇ ਖੂਨ ਕਲੀਜ਼ ਹੋ ਜਾਂਦਾ, ਜੀ, ਤੇ ਉਹਦੇ ਵਾਸਤੇ ਵੀ 8 ਦਿਨ ਬਾਅਦ ਇਹ ਦਿੰਨੇ ਆ ਜੀ। ਅੱਛਾ, 8 ਦਿਨ ਬਾਅਦ ਨਾਲ ਇੱਕ ਨਾਲ ਇਹਦੀ ਦੇ ਦਿੰਨੇ, ਇੱਕ ਨਾਲ ਤੇਲ ਦੀ ਦੇ ਦਿੰਨੇ ਆ। ਤੇਲ ਸਰਸੋਂ ਦਾ ਤੇਲ ਹੋ ਗਿਆ, ਜਾਂ ਸਰਦੀਆਂ 'ਚ ਤਿਲਾਂ ਦਾ ਹੋ ਗਿਆ, ਗਰਮੀਆਂ ਨੂੰ ਸਰਸੋਂ ਦਾ ਹੋ ਗਿਆ। ਜ਼ਬਰਦਸਤ ਹੋ ਗਿਆ। ਅੱਛਾ, ਇਹਦੇ ਵਿੱਚ ਸਰ ਕਿਹੜੀ ਕਿਹੜੀ ਸ਼ੈ ਮੋਟੀ ਮੋਟੀ ਜਰਾ ਦੱਸੋ। ਇਹਦੇ ਵਿੱਚ ਆ ਮਿਰਚਾਂ ਵਾ ਜੀ, ਅੱਛਾ ਸੁਰਖ ਮਿਰਚਾਂ ਵਾ, ਅੱਛਾ ਡੋਡੀ ਪਨੀਰ ਆ, ਅੱਛਾ ਜਵੈਣ ਆ, ਅੱਛਾ ਤੇ ਅਲਸੀ ਪਾਈ ਆ ਤਾਂ ਕਿ ਨਾ ਉਹ ਥੋੜਾ ਜਿਹਾ ਨਾਲ ਚੋਂ ਨਿਕਲੇ।
ਅੱਛਾ ਅੱਛਾ, ਹਾਂ ਉਹਦੇ ਨਾਲ। ਐਲਸੀ ਵਗੈਰਾ ਇਹ ਸਰ ਪਾਣੀ ਦੇ ਵਿੱਚ ਹਾਂ ਪਾਣੀ 'ਚ ਪਕਾ ਲੈਣਾ ਇਹਨੂੰ ਚੰਗੀ ਤਰ੍ਹਾਂ, ਬਸ ਹੋਰ ਕੀ। ਪਕਾ ਕੇ ਤੇ ਅੱਗੇ ਹਾਂ ਜਿਹੜਾ ਬਸ, ਨਹੀਂ ਅੱਗੇ ਨਹੀਂ, ਇਹਨੂੰ ਨਾਲ ਦੇਣਾ ਪੈਣਾ ਜੀ। ਅੱਛਾ ਅੱਛਾ, ਜਾਨਵਰ ਆਪਣੇ ਅੱਛਾ ਆਪ ਨਹੀਂ ਸਰ ਖਾਂਦਾ ਕੌੜਾ। ਇੱਕ ਜਾਨਵਰ ਜਿਹੜਾ ਹੈ ਮਸਲਨ ਕਿ ਕਾਫੀ ਦੋਸਤ ਜਿਹੜੇ ਨੇ ਉਹ ਸੁਣਦੇ ਨੇ, ਜਿਵੇਂ ਕਿਸੇ ਕੋਲ 4 ਕਿਸੇ ਕੋਲ 5, ਇੱਕ ਜਾਨਵਰ ਨੂੰ ਕਿੰਨਾ ਕਿੰਨਾ ਪਾਣਾ ਚਾਹੀਦਾ, ਮਿਰਚਾਂ, ਇਲਸੀ, ਪਨੀਰ, ਇਹ ਸਾਰੀ ਚੀਜ਼ਾਂ? 50 ਗ੍ਰਾਮ ਪਾ ਲਵੇ ਜੀ ਉਹ। ਅੱਛਾ, ਆ ਰੋਜ਼ ਦਾ ਜੇ ਦੇਣਾ ਉਹਨੇ ਰੋਜ਼ ਹੀ ਬਣਾ ਕੇ ਦੇਣਾ। ਤੇ ਨਹੀਂ ਰੋਜ਼ ਨਹੀਂ, ਜਿਸ ਤਰ੍ਹਾਂ ਹਫਤੇ ਬਾਅਦ ਹੀ ਦੇਗਾ, ਇੱਕ ਜਾਨਵਰ ਨੂੰ ਕਿੰਨੀ ਚਾਹੀਦੀ ਹੈ ਮਤਲਬ ਹਫਤੇ ਬਾਅਦ ਤਕਰੀਬਨ ਇਹ 50 ਗ੍ਰਾਮ ਪਾ ਲੇ ਜੀ। ਬਹੁਤਾ ਮਸਾਲਾ ਨਹੀਂ ਵੀ ਨਹੀਂ ਦੇਣਾ। ਅੱਛਾ ਹਾਂ ਉਹ ਬਿਲਕੁਲ ਉਹਨੂੰ ਸਾੜਨਾ ਹੀ ਨਹੀਂ ਨਾ। ਅੱਛਾ ਅੱਛਾ ਦਵਾਈ ਜਿਹੜੀ ਉਹ ਥੋੜੀ ਦੇਣੀ ਚਾਹੀਦੀ ਹੈ ਜੀ। ਅੱਛਾ, ਕੁਝ ਲੋਕਾਂ ਨੂੰ ਹੁੰਦਾ ਹੈ ਕਿ ਮਸਾਲੇ 'ਚ ਹੀ ਦੁੱਧ ਹੈ। ਨਹੀਂ ਮਸਾਲੇ 'ਚ ਦੁੱਧ ਨਹੀਂ, ਮਸਾਲਾ ਦੁੱਧ ਵਾਸਤੇ ਨਹੀਂ ਦੇਈਦਾ, ਮਸਾਲਾ ਦੇਈਦਾ ਕਿ ਉਹਨੂੰ ਅੱਗੇ ਮਸਾਇਲ ਨਾ ਪੈਦਾ ਹੋਣ। ਅੱਛਾ ਅੱਛਾ, ਸਾੜੂ ਵਗੈਰਾ ਜਾਂ ਮਸਾਲਾ ਮਸਾਇਲ ਤੋਂ ਕਹਿ ਲਓ। ਜੀ ਜੀ, ਹਾਂਜੀ ਆਓ ਜੀ ਇੱਧਰ ਨੂੰ। ਅੱਛਾ, ਇਹ ਸਰ ਤੁਹਾਡੇ ਕੋਲ ਗਾਵਾਂ ਨੇ ਮਾਸ਼ਾਅੱਲਾ। ਇਸ ਟਾਈਮ ਸਰ ਸਾਡੇ ਨਾਲ ਮੌਜੂਦ ਨੇ ਡਾਕਟਰ ਅਸਦ ਸਾਹਿਬ, ਜਿਹੜੇ ਕਿ ਇਸ ਫਾਰਮ ਦੇ ਉੱਤੇ ਮੈਨੇਜਰ ਵੀ ਨੇ, ਔਰ ਸਾਰਾ ਜਿਹੜਾ ਬਰੀਡਿੰਗ ਦਾ ਔਰ ਬਾਕੀ ਫੀਡਿੰਗ ਫੂਡਿੰਗ ਸਾਰਾ ਜਿਹੜਾ ਹੈ ਉਹ ਇਹਨਾਂ ਦੀ ਡਿਊਟੀ ਹੈ। अस्सलाम वालेकुम सर। ਵਾਲੇਕੁਮ ਸਲਾਮ। ਸਰ ਮਾਸ਼ਾਅੱਲਾ ਅਸੀਂ ਇਸ ਟਾਈਮ ਗਾਵਾਂ ਦੇ ਸ਼ੈਡ 'ਚ ਖਲੋਤੇ ਹਾਂ ਜੀ ਜੀ ਜੀ। ਅੱਛਾ, ਸਾਨੂੰ ਨਜ਼ਰ ਆ ਰਿਹਾ ਕਿ ਇੱਥੇ ਜ਼ਿਆਦਾਤਰ ਜਾਨਵਰ ਜਿਹੜੇ ਨੇ ਉਹ ਦੇਸੀ ਨੇ, ਔਰ ਤੁਸੀਂ ਬਰੀਡਰ ਵੀ ਆਪਣੇ ਰੱਖੇ ਨੇ। ਹਾਂਜੀ ਸਰ, ਅਸੀਂ ਜ਼ਿਆਦਾ ਇੱਥੇ ਕ੍ਰਾਸ ਦੇ ਐਨੀਮਲ ਤੇ ਕੰਮ ਕਰ ਰਹੇ ਹਾਂ। ਇੰਪੋਰਟਡ ਸੈਕਟਰ ਨਹੀਂ ਹੈ ਸਾਡਾ, ਲੋਕਲ ਸ਼ੈਡ ਆ ਇਹ, ਠੀਕ ਹੈ ਜੀ। ਅੱਛਾ, ਤੇ ਲੋਕਲ ਸ਼ੈਡ ਹੈ, ਇਸ ਕਰਕੇ ਅਸੀਂ ਐਨੀਮਲ ਵੀ ਇੱਥੇ ਸਾਰੇ ਕ੍ਰਾਸ ਦੇ ਰੱਖੇ ਹੋਏ ਆ। ਇੰਪੋਰਟਡ ਸੈਕਟਰ ਜਿਹੜਾ ਇੱਥੇ ਸਾਡੇ ਉਹ ਕਾਮਯਾਬ ਨਹੀਂ ਹੈਗਾ, ਕਿਉਂਕਿ ਇੱਕ ਤਾਂ ਸਾਡੇ ਇੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਦੂਸਰੀ ਮੇਨ ਜਿਹੜੀ ਵਜ੍ਹਾ ਇੱਥੇ ਰਿਪੀਟ ਬਹੁਤ ਜ਼ਿਆਦਾ ਐਨੀਮਲ ਹੁੰਦੇ ਗਰਮੀ ਦੀ ਵਜ੍ਹਾ ਤੋਂ। ਅੱਛਾ, ਗਰਮੀ ਦੀ ਵਜ੍ਹਾ ਤੋਂ। ਉਹ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਆਪਣੇ ਫਾਰਮ ਤੇ ਕ੍ਰਾਸ ਦੇ ਐਨੀਮਲ ਸਾਰੇ ਰੱਖੇ ਹੋਏ ਆ। ਅੱਛਾ ਅੱਛਾ ਹਾਂਜੀ ਸਰ, ਕ੍ਰਾਸ ਜਿਹੜਾ ਹੈ ਮਤਲਬ ਕਿਤਨੇ % ਤੁਸੀਂ ਕ੍ਰਾਸ ਪਾਉਂਦੇ ਹੋ? 50% 50 ਜੀ। ਅੱਛਾ, ਮਤਲਬ ਇੱਕ ਫਰੀਜ਼ਨ ਦੇ ਵਿੱਚ ਅੱਛਾ ਜਿਹੜਾ ਹੈ ਫਰੀਜ਼ੀਅਨ ਨੂੰ ਚੋਲਸਤਾਨੀ ਨਾਲ ਜ਼ਿਆਦਾਤਰ ਕੋਸ਼ਿਸ਼ ਕਰੀਦੀ ਕ੍ਰਾਸ ਕਰਾਉਣ ਦੀ। ਅੱਛਾ, ਤੇ ਫਰੀਜ਼ੀਅਨ ਨੂੰ ਬਾਜ਼ ਦਫਾ ਜਿਹੜੀਆਂ ਗਾਵਾਂ ਬਹੁਤ ਜ਼ਿਆਦਾ ਇੰਪੋਰਟੈਂਟ, ਉਹਨਾਂ ਨੂੰ ਅਸੀਂ ਖੁਦ ਦੇ ਬੁੱਲ ਰੱਖੇ ਹੋਏ ਆ। ਚੋਲਸਤਾਨੀ ਬੁੱਲ ਆ ਸਾਡੇ ਕੋਲ, ਸਾਈਵਾਲ ਸੀਮਨ ਦਾ ਆਪਣਾ ਬੁੱਲ ਆ ਇਹ। ਅੱਛਾ ਅੱਛਾ, ਅਸੀਂ ਇੱਕ ਗੀਰ ਬੁੱਲ ਜਿਹੜਾ ਉਹ ਵੀ ਪਰਚੇਜ਼ ਕੀਤਾ। ਅੱਛਾ ਅੱਛਾ, ਗਿਰ ਵੀ ਖਲੋਤਾ ਤੁਹਾਡੇ ਕੋਲ, ਵਲੈਤੀ ਵੀ ਖਲੋਤਾ? ਗੀਰ ਸੀਮਨ ਵੀ ਖਲੋਤਾ ਸਾਡੇ ਕੋਲ। ਕ੍ਰਾਸ ਚ ਇੱਕ ਹੈਗਾ ਨੁਕਰਾ ਬੁੱਲ। ਅੱਛਾ ਅੱਛਾ, ਇੱਕ ਨੁਕਰੇ ਆਂਦੇ ਚੋਲਸਤਾਨ ਚ, ਇੱਕ ਨੁਕਰੇ ਵਲੈਤੀ। ਸਾਡੇ ਕੋਲ ਜਿਹੜਾ ਵਲੈਤੀ ਆ ਉਹ ਵੀ ਅੱਛਾ ਹੈਗਾ ਵਾ, ਚੋਲਸਤਾਨ ਉਹ ਵੀ ਹੈਗਾ, ਸਾਈਵਾਲ ਵੀ ਹੈ, ਗਿਰ ਵੀ ਹੈ। ਅੱਛਾ, ਜਿਹੜੀ ਜ਼ਿਆਦਾ ਇਸ ਤੋਂ ਇਲਾਵਾ ਅਸੀਂ ਸੀਮਨ ਵੀ ਆਪਣਾ ਖੁਦ ਦਾ ਰੱਖਦੇ ਹਾਂ। ਅੱਛਾ, ਸੀਮਨ ਵੀ ਰੱਖਦੇ ਹੋ, ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਤਾਂ ਸਰ ਕੀ ਸਮਝਦੇ ਹੋ ਕਿ ਆਖਿਰ ਤੇ ਆ ਜਾਂਦਾ ਹੈ ਕਿ ਜਿਹੜਾ ਵੀ ਆਪਣਾ ਹੈ ਵੇ ਦੁੱਧ ਵਾਲਾ ਕੰਮ ਹੈ ਜਾਂ ਕਵਾਲ ਵਾਲਾ ਕੰਮ ਹੈ, ਉਹ ਲੋਕ ਬਰੀਡਿੰਗ ਉੱਤੇ ਕੰਮ ਨਹੀਂ ਕਰਦੇ, ਤੇ ਤੁਸੀਂ ਨਾਲ ਮਾਸ਼ਾਅੱਲਾ ਬਰੀਡਿੰਗ ਤੇ ਵੀ ਕੰਮ ਅਸੀਂ ਕਰ ਰਹੇ ਬਰੀਡਿੰਗ ਤੇ ਕੰਮ ਕਰੀਦਾ। ਬਰੀਡਿੰਗ ਤੇ ਕੰਮ ਇਦਾਂ ਹਨ ਜੀ। ਬਰੀਡਿੰਗ ਦਾ ਕੰਮ ਇਹ ਹੈ ਡਾਕਟਰ ਭਾਜੀ ਕਿ ਅਗਰ ਐਨੀਮਲ ਤੁਹਾਡੇ ਕੋਲ ਇੱਥੇ ਸੁੰਦਾ, ਉਹ ਤੁਹਾਨੂੰ ਫਾਇਦੇਮੰਦ ਆ, ਬਜਾਏ ਇਸ ਦੇ ਕਿ ਤੁਸੀਂ ਲਿਆਓ ਉਹਨੂੰ 4-5 ਮਹੀਨੇ ਚੋ ਕੇ ਵੇਚ ਲਓ। ਉਹ ਤੁਹਾਨੂੰ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਐਨੀਮਲ ਅੱਜ ਕੱਲ ਤੁਹਾਨੂੰ ਪਤਾ ਕਾਫੀ ਜ਼ਿਆਦਾ ਕਾਸਟਲੀ ਰੇਟ ਹੋ ਗਏ ਐਨੀਮਲ ਦੇ। 5-5 6-6 ਲੱਖ ਰੁਪਏ ਦਾ ਐਨੀਮਲ ਆ, ਉਹ ਮੁੜ ਕੇ 2 ਲੱਖ ਰੁਪਏ ਦਾ ਜਾਂ 2.5 ਲੱਖ ਰੁਪਏ ਦਾ ਵਿਕਦਾ। ਉਹਦੇ ਨਾਲੋਂ ਬਿਹਤਰ ਆ ਤੁਸੀਂ ਆਪਣਾ ਖੁਦ ਦਾ ਐਨੀਮਲ ਤਿਆਰ ਕਰ ਲਓ, ਉਹਨੂੰ 3 ਮਹੀਨੇ 2-4 ਮਹੀਨੇ ਦੁੱਧ ਲੈ ਕੇ ਉਹਦੇ ਕੋਲ ਤੁਸੀਂ ਉਹਦੇ ਤੇ ਬੱਚੇਦਾਨੀ ਤੇ ਕੰਮ ਸ਼ੁਰੂ ਕਰੋ ਕਿ ਤੁਸੀਂ ਇਹਨੂੰ ਲਵਾਣਾ, ਤੁਹਾਡਾ ਐਨੀਮਲ ਜਲਦੀ ਤੋਂ ਜਲਦੀ ਕਨਸੀਵ ਹੋਵੇ। ਅਸੀਂ ਇੱਥੇ ਆਪਣੇ ਫਾਰਮ ਤੇ ਐਨੀਮਲ ਨੂੰ ਤਕਰੀਬਨ 3 AIਆਂ ਕਰੀਦੀਆਂ। ਅੱਛਾ, 3 ਵਾਸ਼ ਕਰਨ ਤੋਂ ਬਾਅਦ ਇੱਕ AI ਕਰੀਦੀ, ਅਗਰ ਉਹ ਨਾ ਰਵੇ ਫਿਰ ਦੂਸਰੀ, ਫਿਰ ਅਗਰ ਉਹ ਐਨੀਮਲ ਰਿਪੀਟ ਹੋਵੇ ਨਾ, ਅੰਦਰੋਂ ਕਲੀਅਰ ਹੋਵੇ, ਫਿਰ ਉਹਨੂੰ ਅਸੀਂ 3 AIਆਂ ਤੋਂ ਬਾਅਦ ਉਹਨੂੰ ਅਸੀਂ ਬਿਲਕੁਲ ਵਾਰੀਦਾ। ਅੱਛਾ, ਐਨੀਮਲ ਦਾ ਸਟਰਕਚਰ ਦੇਖਿਆ ਜਾਂਦਾ, ਉਹਦੀ ਨਸਲ ਦੇਖੀ ਜਾਂਦੀ, ਫਿਰ ਉਸ ਹਿਸਾਬ ਨਾਲ ਅਸੀਂ ਉਹਨੂੰ ਆਪਣੇ ਬੁੱਲ ਕੋ ਕ੍ਰਾਸ ਕਰਾਈਦਾ। ਸਾਡੇ ਕੋਲ ਬੁੱਲ ਤਾਂ ਸਾਰੇ ਹੈ, ਅਸੀਂ ਤੁਹਾਨੂੰ ਦਿਖਾ ਚੁੱਕੇ ਆ। ਉਹ ਫਿਰ ਗਾਏ ਦੇ ਹਿਸਾਬ ਨਾਲ ਕਿ ਗਾਏ ਕਿਹੜੀ ਨਸਲ ਦੀ ਆ, ਇਹਨੂੰ ਕਿਹਦੇ ਨਾਲ ਕ੍ਰਾਸ ਕਰਾਉਣਾ, ਇਹਦੇ ਕੋਲ ਅੱਗੇ ਅਸੀਂ ਬੱਚਾ ਕਿੱਦਾਂ ਦਾ ਲੈਣਾ, ਉਸ ਹਿਸਾਬ ਨਾਲ ਅਸੀਂ ਉਹਨੂੰ ਕ੍ਰਾਸ ਕਰਾਈਦਾ। ਜ਼ਬਰਦਸਤ ਹੋ ਗਿਆ ਸਰ। ਇਹਨਾਂ ਗਾਵਾਂ ਨੂੰ ਤੁਸੀਂ ਕੀ ਖੁਰਾਕ ਪਾ ਰਹੇ ਹੋ? ਖੁਰਾਕ ਅਸੀਂ ਗਾਵਾਂ ਨੂੰ ਤੂੜੀ ਵੰਡਾ ਪਾ ਰਹੇ ਆ ਤੇ ਪੱਠੇ, ਯਾਨੀ ਐਦਾ ਜਿੱਦਾਂ ਆਪਾਂ ਸਲਾਦ ਖਾਈਦਾ, ਥੋੜਾ ਜਿਹਾ ਇਦਾਂ ਹੀ ਨਹੀਂ, ਥੋੜੇ ਜਿਹੇ ਪੱਠੇ ਖਿਲਾਈਦੇ। ਅੱਛਾ ਅੱਛਾ, ਮਤਲਬ ਹੈ ਕਿ ਇੱਕ ਜਾਨਵਰ ਜਿਹੜਾ ਹੈ ਉਸਦੀ ਕਿਤਨੀ ਤੂੜੀ ਕਿਤਨਾ ਵੰਡਾ ਤਕਰੀਬਨ? ਅਸੀਂ ਤਕਰੀਬਨ ਇੱਕ ਗਾਂ ਨੂੰ ਜਿਹੜਾ 7 ਕਿਲੋ ਤੂੜੀ ਦੇਈਦੀ ਆ ਤੇ 10 ਕਿਲੋ ਵੰਡਾ ਦੇਈਦਾ। ਇਹ ਜਿਹੜੀ ਦੁੱਧ ਵਾਲੀ ਗਾਂ? ਹਾਂਜੀ, ਜਿਹੜੀ ਦੁੱਧ ਵਾਲੀ ਗਾਂ। ਜਿਹੜੀ ਡਰਾਈ ਗਾਂ ਆ ਉਹਨੂੰ ਅਸੀਂ 2 ਕਿਲੋ ਵੰਡਾ ਸਵੇਰ, 2 ਕਿਲੋ ਵੰਡਾ ਸ਼ਾਮ, ਉਹਨੂੰ 4 ਕਿਲੋ ਵੰਡਾ ਪਾਈਦਾ। ਜ਼ਬਰਦਸਤ ਹੋ ਗਿਆ ਸਰ। ਕਿਉਂਕਿ ਤੁਹਾਡਾ ਤਜਰਬਾ ਵੀ ਕਾਫੀ ਹੈ ਮਾਸ਼ਾਅੱਲਾ, ਤੇ ਤੁਸੀਂ ਗਾਵਾਂ ਦੇ ਉੱਤੇ ਵੀ ਬਰੀਡਿੰਗ ਤੇ ਵੀ ਕੰਮ ਕਰ ਰਹੇ ਹੋ। ਬੜੇ ਅੱਛੇ ਜਾਨਵਰ ਵੀ ਮੈਂ ਉਹਦੇ ਤੁਹਾਡੇ ਵੇਖ ਕੇ ਆਇਆ, ਬੱਚੇ ਵੀ ਬੜੇ ਜ਼ਬਰਦਸਤ ਤਿਆਰ ਹੋ ਰਹੇ ਨੇ। ਸਰ ਗਾਵਾਂ ਦੀ ਫਾਰਮਿੰਗ ਦੇ ਵਿੱਚ ਮਤਲਬ ਤੁਸੀਂ ਕ੍ਰਾਸ ਦੇ ਉੱਤੇ ਕੰਮ ਕਰ ਰਹੇ ਹੋ, ਇਹਨਾਂ ਦੇ ਵਿੱਚ ਮਸਾਇਲ ਕਿਹੜੇ ਕਿਹੜੇ ਆਉਂਦੇ ਨੇ? ਕ੍ਰਾਸ ਐਨੀਮਲ ਚ ਜਿਹੜੇ ਆ ਮਸਾਇਲ ਇੰਪੋਰਟਡ ਸੈਕਟਰ ਨਾਲੋਂ ਕਾਫੀ ਜ਼ਿਆਦਾ ਕਮ ਮਸਾਇਲ ਆਉਂਦੇ ਆ। ਅੱਛਾ, ਇੰਪੋਰਟਡ ਚ ਬਰੀਡਿੰਗ ਦਾ ਇਸ਼ੂ, ਲੇਮਨੈਸ ਦਾ ਇਸ਼ੂ, ਫੀਡਿੰਗ ਦੇ ਇਸ਼ੂ, ਕਾਫੀ ਜ਼ਿਆਦਾ ਇਸ਼ੂ ਆਉਂਦੇ। ਇਹਦੇ ਲੋਕਲ ਸੈਕਟਰ ਚ ਸਾਡੇ ਕੋਈ ਬਹੁਤ ਜ਼ਿਆਦਾ ਇਸ਼ੂ ਹੋਵੇ ਤੇ ਇੱਕ ਬਰੀਡਿੰਗ ਦਾ ਇਸ਼ੂ ਆਉਂਦਾ, ਉਹ ਵੀ ਇੰਨਾ ਜ਼ਿਆਦਾ ਨਹੀਂ ਹੁੰਦਾ। ਅਗਰ ਜਾਨਵਰ ਨੂੰ ਅਸੀਂ ਬਰ ਵਕਤ ਟ੍ਰੀਟ ਕਰ ਲਈਏ ਤੇ ਉਹ ਵੀ ਕੰਟਰੋਲ ਕੀਤਾ ਜਾ ਸਕਦਾ। ਫਿਰ ਵੀ ਕੁਝ ਐਨੀਮਲ ਹੁੰਦੇ ਆ ਜਿਨ੍ਹਾਂ ਨੂੰ ਸਿਸਟ ਬਣ ਜਾਂਦੇ ਆ,
ਉਹ ਨਹੀਂ ਜਾਨਵਰ ਕਨਸੀਵ ਕਰਦੇ, ਉਹ ਅਸੀਂ ਸੇਲ ਆਊਟ ਕਰਦੇ ਜੀ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ ਸਰ। ਸਾੜੂ ਸ਼ਾੜੂ ਦਾ ਜਿਹੜਾ ਹੈ ਉਹ ਤੁਸੀਂ ਸਾੜੂ ਦੀ ਰੇਸ਼ੋ ਸਾਡੇ ਇੱਥੇ ਬਹੁਤ ਘੱਟ ਆਉਂਦੀ ਲੋਕਲ ਸੈਕਟਰ ਤੇ, ਅੱਛਾ ਆਂਦੀ ਆ, ਲੇਕਿਨ ਉਹ ਵੀ ਜਦੋਂ ਸੌਣ ਭਾਦੋ ਹੁੰਦੀ ਆ ਜੀ, ਜਾਂ ਜਦੋਂ ਬਾਜ਼ ਦਫਾ ਕੋਈ ਚੀਜ਼ਾਂ ਆ ਜਾਂਦੀਆਂ ਜਿਨ੍ਹਾਂ ਨੂੰ ਟੌਕਸਿਨ ਹੁੰਦਾ, ਅੱਛਾ ਉਦੋਂ ਆ ਕੋਈ 2-4 ਕੇਸ 5 ਕੇਸ ਆ ਜਾਣ, ਤੇ ਨਹੀਂ ਤੇ ਆਮ ਅਲਹਮਦੁਲਿਲਾ ਸਾਡੇ ਇੰਨਾ ਜ਼ਿਆਦਾ ਜਾਂ ਚੋਂਕਿ ਵੰਡਾ ਵਗੈਰਾ ਵੀ ਤੁਸੀਂ ਖੁਦ ਤਿਆਰ ਹਾਂਜੀ ਕਰਦੇ ਹੋ? ਖੁਦ ਫੀਡਿੰਗ ਦਾ ਸਾਡਾ ਖੁਦ ਦਾ ਸਾਰਾ ਸੈਟਅਪ ਆ ਨਾ ਜੀ, ਔਰ ਉਸ ਤੋਂ ਫੀਡਿੰਗ ਅਸੀਂ ਇਲਾਵਾ ਆਪਣੀ ਖੁਦ ਹੀ ਤਿਆਰ ਕਰੀ। ਸਫਾਈ ਵਗੈਰਾ ਜਿਹੜੀ ਹੈ ਉਹ ਵੀ ਬੜੀ ਜ਼ਬਰਦਸਤ ਹੈ। ਸਫਾਈ ਸਾਡੇ ਅਸੀਂ ਬਕਾਇਦਾ ਗਾਵਾਂ ਲਈ ਇੱਕ ਡੱਕ ਬਣਾਈ ਹੋਈ ਆ, ਅੱਛਾ ਠੀਕ ਆ ਜੀ। ਆ ਸਾਡਾ ਮਿਲਕਿੰਗ ਸੈਕਟਰ ਆ, ਜੀ, ਇੱਥੇ ਜੀ। ਇਹਨਾਂ ਨੇ ਵੰਡਾ ਖਾਣਾ, ਤੂੜੀ ਖਾਣੀ, ਜੀ ਇਹ ਚੋਣੀਆਂ, ਜੀ, ਚੋਣ ਤੋਂ ਬਾਅਦ ਇਹਨਾਂ ਨੂੰ ਇੱਥੇ ਪਾਣੀ ਪਿਲਾਣਾ, ਇਸ ਤੋਂ ਬਾਅਦ ਜੀ ਇਹਨਾਂ ਨੇ ਚਲੀਆਂ ਜਾਣੀਆਂ ਆਪਣੀ ਡੱਕ 'ਚ। ਜ਼ਬਰਦਸਤ ਹੋ ਗਿਆ। ਰਾਤ ਨੂੰ ਗਾਵਾਂ ਨੇ ਆਣਾ, ਗਾਵਾਂ ਨੂੰ ਬੰਨ੍ਹ ਦੇਣਾ, ਹੂੰ ਰਾਤ ਬੰਨੀਆਂ ਰਹਿਣੀਆਂ। ਸਵੇਰ ਨੂੰ ਜਦੋਂ ਸਾਡੇ ਚਵਾਈ ਲੱਗਣੀ 2:30 ਤੋਂ 3 ਦੇ ਦਰਮਿਆਨ ਸਾਡੇ ਚਵਾਈ ਲੱਗ ਜਾਂਦੀ ਹੈ। ਚਵਾਈ ਕਰਕੇ ਫੇਰ ਗਾਵਾਂ ਤਕਰੀਬਨ 6:30-7 ਵਜੇ ਜਦੋਂ ਥੋੜਾ ਦਿਨ ਚੜ ਜਾਂਦਾ ਫੇਰ ਡੱਕ 'ਚ ਚਲ ਜਾਂਦੀਆਂ। ਜ਼ਬਰਦਸਤ ਹੋ ਗਿਆ, ਫਿਰ ਦੁਪਹਿਰ ਨੂੰ ਜਦੋਂ ਵਾਪਸ ਆਣਾ, ਫਿਰ ਜਾਂ ਤੁਹਾਡੇ ਸਾਹਮਣੇ ਜਿੱਦਾਂ ਬੰਨੀ ਇਹਦਾ ਚੋਣ ਤੋਂ ਬਾਅਦ ਫਿਰ ਉਧਰ ਜ਼ਬਰਦਸਤ ਹੋ ਗਿਆ। ਅੱਛਾ ਸਰ, ਇਹ ਗਾਂ ਜਿਹੜੀ ਹੈ ਇਹ ਕ੍ਰਾਸ ਹੈ? ਹਾਂਜੀ ਹਾਂਜੀ ਸਰ, ਇਹ ਗਾਂ ਕ੍ਰਾਸ ਦੀ ਆ। ਇਹ ਅੱਛਾ। ਸਾਡੇ ਕੋਲ ਆ 9ਵਾਂ ਸੂਆ ਨੇ ਹੁਣ ਸੋਣਾ ਜੀ। ਅੱਛਾ, 9ਵਾਂ ਸੂਆ ਸੋਨਾ ਔਰ ਲੱਗਦੀ ਹੈ ਜੀ ਜਿਵੇਂ ਦੂਜੇ ਤੀਜੇ ਸੂਏ। ਆ ਇਹਦੀ ਇੱਕ ਧਰਤੀ ਬੈਠੀ ਆ, ਅੱਛਾ ਮਾਸ਼ਾਅੱਲਾ। ਇਹ ਅਸੀਂ ਚੁਲਸਤਾਨੀ ਟੀਕਾ ਰੱਖਿਆ ਸੀ ਉਹਦੀ ਆ। ਅੱਛਾ ਅੱਛਾ, ਜ਼ਬਰਦਸਤ ਹੋ ਗਿਆ। ਤੇ ਇਹ ਕਿੰਨਾ ਕੁ ਦੁੱਧ ਦਿੰਦੀ ਹੈ ਸਰ? ਇਹ ਗਾਂ ਸਾਡੇ ਕੋਲ 17 ਤੋਂ 18 ਲੀਟਰ ਦੁੱਧ ਦਿੰਦੀ ਹੈ। 17-18 ਲੀਟਰ ਹੋ ਗਿਆ। ਅੱਛਾ, ਕੀ ਸਮਝੋਗੇ ਕਿੰਨੇ ਲੀਟਰ ਵਾਲੀ ਗਾਂ ਜਿਹੜੀ ਉਹ ਗਵਾਲ ਵਿੱਚ ਰਹਿਣੀ ਚਾਹੀਦੀ ਹੈ? ਕਮ ਸੇ ਕਮ ਕਿੰਨੇ ਦੁੱਧ ਵਾਲੀ ਤੁਸੀਂ ਪਾਣੀ ਚਾਹੀਦੀ? ਕਿਉਂਕਿ ਲੋਕ ਨਵੇਂ ਜਿਹੜੇ ਨੇ ਜਿਹੜੇ ਗਵਾਲ ਦਾ ਜਾਂ ਮਤਲਬ ਹੈ ਕਿ ਦੁੱਧ ਦਾ ਕੰਮ ਕਰਦੇ 16-17 ਕਿਲੋ ਦੁੱਧ ਵਾਲੀ ਗਾਂ ਆਮ ਤੌਰ ਤੇ ਇਨਸਾਨ ਨੂੰ ਪਰਚੇਜ਼ ਵੀ ਇਹੀ ਕਰਨੀ ਚਾਹੀਦੀ ਹੈ, ਗਵਾਲ 'ਚ ਰੱਖਣੀ ਵੀ ਇਹੀ ਚਾਹੀਦੀ ਹੈ। ਇਸ ਤੋਂ ਥੱਲੇ ਵਾਲੇ ਚ ਇਸ ਤੋਂ profit ਥੱਲੇ ਵਾਲੀ 'ਚ ਫੇਰ ਫਾਇਦਾ ਕੋਈ ਨਹੀਂ ਹੁੰਦਾ। 10 ਕਿਲੋ 8 ਕਿਲੋ ਉਹ ਤਾਂ ਤੋਕੜ ਹੋ ਕੇ ਇੰਨਾ ਦੁੱਧ ਨਹੀਂ ਆ। ਬਾਜ਼ ਲੋਕ ਲੈ ਲੈਂਦੇ ਆ ਕ੍ਰਾਸ ਦੇ ਐਨੀਮਲ, ਉਹ ਦੁੱਧ ਨਹੀਂ ਦਿੰਦੇ ਹੈਗੇ, ਉਹਨਾਂ ਦਾ ਫਿਰ ਫਾਇਦਾ ਨਹੀਂ ਹੁੰਦਾ। ਅੱਛਾ, ਤੁਸੀਂ ਜਾਨਵਰ ਇਸੇ ਵਜ੍ਹਾ ਤੋਂ ਆਪਣੇ ਹੀ ਤਿਆਰ ਕਰ ਰਹੇ ਹੋ? ਹਾਂਜੀ, ਅਸੀਂ ਆਪਣੀ ਬਰੀਡ ਤਿਆਰ ਕਰੀ। ਅੱਛਾ ਅੱਛਾ। ਤੇ ਸਰ ਅਸੀਂ ਤਕਰੀਬਨ ਮੰਡੀਆਂ ਵੀ ਲਈਦੇ ਆ। ਅੱਛਾ ਅੱਛਾ। ਤੇ ਸਰ ਤਕਰੀਬਨ ਜਿਹੜਾ ਹੈ ਉਹ ਤੁਹਾਡੇ ਕੋਲ ਇੱਕ ਬੱਚੀ ਜਿਹੜੀ ਉਹ ਕਿੰਨੇ ਦਿਨਾਂ ਦੀ ਤਿਆਰ ਕਰ ਲੈਂਦੇ? ਮਤਲਬ ਕਿੰਨੇ ਸਾਲਾਂ ਵਿੱਚ ਤਿਆਰ ਹੋ ਜਾਂਦੀ? ਵੱਛੀਆਂ ਹੀ ਸਾਡੇ ਇੱਥੇ ਵੱਛੀਆਂ ਤੇ ਝੋਟੀਆਂ ਇਕੱਠੀਆਂ ਹੀ ਸੁਣਨੀਆਂ ਤੇ ਖੀਰੀਆਂ ਹੀ ਸੁਣਨੀਆਂ। ਅੱਛਾ, ਖੀਰੀਆਂ ਵੱਛੀਆਂ ਵੀ ਖੀਰੀਆਂ ਤੇ ਵੱਛੀਆਂ ਵੀ ਝੋਟੀਆਂ? ਖੀਰੀਆਂ ਝੋਟੀਆਂ ਵੀ। ਝੋਟੀਆਂ ਜੇ ਕੋਈ ਬਹੁਤ ਜ਼ਿਆਦਾ ਹੋਵੇ ਤੇ ਦੋਂਦੀ ਹੋ ਕੇ ਸੂ ਪੈਂਦੀ ਆ। ਵੱਛੀਆਂ ਸਾਰੀਆਂ ਖੀਰੀਆਂ ਸੁਣੀਆਂ। ਸਾਡੀ ਘਰ ਦੀ ਵੱਛੀ ਸੂਈ ਹੋਈ ਆ ਜੀ, ਆ ਜਿਹੜੀ ਤੁਹਾਡੇ ਸਾਹਮਣੇ ਖੜੀ ਆ, ਇਹ ਖੀਰੀ ਆ ਜੀ। ਅੱਛਾ, ਖੀਰੀ ਹੈ। ਕਿੰਨਾ ਦੁੱਧ ਦੇ ਰਹੀ ਹੈ? ਤਕਰੀਬਨ ਇਹਦੇ ਕੋਲ ਇਸ ਟਾਈਮ ਅਸੀਂ 14 ਲੀਟਰ ਤੋਂ 15 ਲੀਟਰ ਦੁੱਧ ਤੋਲ ਰਹੇ ਹਾਂ ਇਹਦਾ, ਤੇ ਇਹਨੂੰ ਸੂਈ ਨੂੰ ਹੋਏ ਤਕਰੀਬਨ 15 ਤੋਂ 20 ਦਿਨ ਹੋਏ। ਜ਼ਬਰਦਸਤ ਹੋ ਗਿਆ। ਨਾਲ ਵਾਲੀ ਇਹ ਵੀ ਪਹਿਲਾਂ? ਹਾਂਜੀ, ਇਹ ਵੀ ਪਹਿਲਾਂ ਇਹ ਵੀ ਸਾਡੇ ਘਰ ਦੀ ਆ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਹੈ ਕਿ ਇਹ ਤੁਸੀਂ ਵੱਛੀਆਂ ਜਿਹੜੀ ਨੇ ਖੁਦ ਤਿਆਰ ਕਰਕੇ ਅਸਲ ਪ੍ਰੋਫਿਟ ਤਾਂ ਸਰ ਹੈ ਹੀ ਹੈ? ਹਾਂਜੀ, ਇਹ ਵੱਛੀਆਂ ਸਾਰੀਆਂ ਸਾਡੇ ਖੁਦ ਦੀਆਂ ਘਰ ਦੀਆਂ ਤਿਆਰ ਹੋਈਆਂ। ਇੱਥੇ ਸਾਡੇ ਕੋਲ ਆ ਬਰੀਡ ਆ ਆਪਣੀ ਖੁਦ ਦੀ ਨੁਕਰੀ, ਇਹ ਅਸੀਂ ਖੁਦ ਹੀ ਤਿਆਰ ਕੀਤੀ ਹੀ ਆ। ਜ਼ਬਰਦਸਤ। ਆਜੋ ਤੁਹਾਨੂੰ ਉਹ ਵੀ ਵਿਜ਼ਿਟ ਕਰਵਾਉਣੀ। ਅੱਛਾ, ਉੱਥੇ ਬੰਦੇ 2 ਮਿੰਟ ਬੰਨੀਆਂ ਰਹਿੰਦੇ ਯਾਰ। ਅੱਛਾ ਆ ਸਰ ਸਾਡੇ ਕੋਲ ਨੁਕਰੀ ਗਾਂ ਵਾ। ਅੱਛਾ। ਇਹਨੂੰ ਅਸੀਂ ਸਿਮਨ ਰੱਖਿਆ ਸੀਗਾ, ਇਹਨੇ ਆ ਵਲੈਤੀ ਵੱਛੀ ਦਿੱਤੀ ਆ। ਹਾਂ ਠੀਕ ਆ ਜੀ। ਅੱਛਾ, ਆ ਸਾਡੇ ਕੋਲ ਨੁਕਰੀ ਗਾਏ ਆ। ਅੱਛਾ ਠੀਕ ਆ ਜੀ। ਇਹ ਵੀ ਤਾਂ ਤਕਰੀਬਨ 4 ਮਹੀਨੇ ਹੋ ਗਏ ਸਾਡੇ ਕੋਲ ਸੂਈ ਨੂੰ। ਇਹਦਾ ਬੱਚਾ ਉਧਰ ਆ, ਇਹਨੇ ਵੀ ਬੱਚਾ ਵਾਈਟ ਨਹੀਂ ਦਿੱਤਾ ਹੈਗਾ। ਤੇ ਆ ਐਨੀਮਲ ਜਿਹੜੀ ਇਹ ਵੀ ਸਾਡੇ ਕੋਲ, ਇਹਦਾ ਬੱਚਾ ਜਿਹੜਾ ਨਾ ਉਹ ਛੋਟਾ ਸੀ ਤੇ ਉਹਨੂੰ ਕਿਸੇ ਵੇ ਤੋਂ ਡੈਥ ਹੋ ਗਈ। ਠੀਕ ਹੋ ਗਿਆ ਸਰ। ਹਾਂਜੀ, ਆ 2 ਪ੍ਰੈਗਨੈਂਟ ਐਨੀਮਲ ਆ, ਇਹ ਵੀ ਸਾਡੇ ਕੋਲ ਨੁਕਰੀ ਹੈ। ਜ਼ਬਰਦਸਤ। ਆ ਗਾय ਵੀ ਪ੍ਰੈਗਨੈਂਟ ਆ, ਆ ਵੀ ਗਾय ਨੁਕਰੀ, ਆ ਵੀ ਪ੍ਰੈਗਨੈਂਟ ਆ ਤਿਆਰ ਆ। ਜ਼ਬਰਦਸਤ। ਆ ਸਾਡੇ ਕੋਲ ਵਲੈਤੀ ਆ, ਜਿਹੜੀ ਕ੍ਰਾਸ ਦੀ ਆ। ਇਹਦੀ ਮਾਂ ਵੀ ਸਾਡੇ ਕੋਲ, ਤੇ ਅੱਗੇ ਅਸੀਂ ਸਿਮਨ ਰੱਖਿਆ ਸੀਗਾ ਤੇ ਇਹ ਕ੍ਰਾਸ ਦੀ ਆ। ਠੀਕ ਹੋ ਗਿਆ ਸਰ। ਸਰ ਆਓ ਹਾਂ ਜ਼ਰਾ ਸਾਨੂੰ ਵਿਜ਼ਿਟ ਆ ਕਰੋ। ਸਾਡੇ ਪ੍ਰੈਗਨੈਂਟ ਐਨੀਮਲ ਆ। ਆ ਸਾਡੀ ਪਹਿਲਣ ਵੱਛੀ ਆ, ਆ ਵੀ ਖੀਰੀ ਆ। ਮੈਂ ਤੁਹਾਨੂੰ ਉਠਾ ਕੇ ਦਿਖਾ ਦਿੰਨਾ। ਇਹ ਖੀਰੀ ਆ। ਅੱਛਾ। ਇਹ ਤਕਰੀਬਨ 2 ਮਹੀਨੇ ਕੱਢਦੀ ਆ ਸੂਣ ਨੂੰ। ਠੀਕ ਹੈ ਜੀ, ਇਹਨੇ ਖੀਰੀ ਸੂਣਾ। ਆ ਸਾਡੇ ਸਾਰੇ ਪ੍ਰੈਗਨੈਂਟ ਐਨੀਮਲ ਬੈਠੇ। ਅੱਛਾ ਅੱਛਾ ਅੱਛਾ। ਅਸੀਂ ਤੁਹਾਡੇ ਦੇ ਕੋਲੋਂ ਨਾ ਮੱਝਾਂ ਦੇ ਉੱਤੇ ਨਾ ਡਿਟੇਲ ਲਵਾਂਗੇ ਕਿ ਤੁਹਾਡਾ ਫੀਡਿੰਗ ਪਲਾਨ ਕੀ, ਕਿਸ ਤਰ੍ਹਾਂ ਤੁਸੀਂ ਜਾਨਵਰ ਜਿਹੜੇ ਨਾ ਖੀਰੇ ਸੂਰੇ, ਕਿਉਂਕਿ ਮੱਝ ਦੇ ਵਿੱਚ ਕਨਸੈਪਟ ਹੈ ਕਿ ਉਹ ਦੁੰਦੀ ਝੋਗੀ ਹੀ ਸੁਣਦੀ। ਨਹੀਂ ਜੀ, ਸਾਡੇ ਅਸੀਂ ਨਾ ਸਿਰਫ ਗੱਲ ਨਹੀਂ ਕਰਦੇ, ਅਸੀਂ ਤੁਹਾਨੂੰ ਮੂੰਹ ਪੱਟ ਕੇ ਐਨੀਮਲ ਦਿਖਾਣੇ ਆ ਸਾਰੇ। ਠੀਕ ਹੋ ਗਿਆ। ਤੇ ਸੂਏ ਹੋਏ ਬਕਾਇਦਾ ਵੀਡੀਓ ਬਣਾ ਲੈਂਦੇ ਆ ਅਸੀਂ ਜਦੋਂ ਜਾਨਵਰ ਸੁੰਦਾ ਸਾਡਾ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹ ਬਾਕੀ ਅਸੀਂ ਤੁਹਾਨੂੰ ਆਪਣੇ ਐਨੀਮਲ ਵੀ ਉਧਰ ਮੱਝਾਂ